ਗੁੱਡ ਈਵਨਿੰਗ ਜੀ। ਸਵਾਗਤ ਹੈ ਜੀ ਇੱਕ ਵਾਰ ਤੋਂ ਫਿਰ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ। ਆਪਣੇ ਕਲਾਸਾਂ ਸੀ ਜਿਹੜੀ ਪੀਐਸ ਟੈਟ ਮਾਸਟਰ ਕੇਡਰ ਤੇ ਸੀ ਟੈਟ ਦੇ ਸਿਲੇਬਸ ਦੇ ਨਾਲ ਚੱਲ ਰਹੀਆਂ ਸੀ। ਖਾਸ ਕਰਕੇ ਜਿਹੜੇ ਬੱਚੇ ਮਾਸਟਰ ਕੇਡਰ ਦਾ ਐਗਜ਼ਾਮ ਦੇਣ ਜਾ ਰਹੇ ਨੇ ਬੀਐਡ ਵਾਲੇ ਬੱਚੇ, ਜਿਨ੍ਹਾਂ ਦਾ ਐਗਜ਼ਾਮ 27 ਨੂੰ ਹੈ, 27 ਦਸੰਬਰ ਨੂੰ ਬੀਐਡ ਵਾਲੇ ਬੱਚਿਆਂ ਦਾ ਮਾਸਟਰ ਕੇਡਰ ਦਾ ਐਗਜ਼ਾਮ ਆ ਜਿਨ੍ਹਾਂ ਦਾ। ਇਹ ਕਲਾਸਾਂ ਉਹਨਾਂ ਵਾਸਤੇ ਸਪੈਸ਼ਲੀ ਤਿਆਰ ਕੀਤੀਆਂ ਨੇ, ਨੋਟਸ ਵੀ ਉਹਨਾਂ ਵਾਸਤੇ ਨੇ। ਜਿਹੜੇ ਬੱਚੇ ਲੈਣ ਦੇ ਚਾਹਵਾਨ ਨੇ ਆ 15 ਜਾਂ 20 ਤਰੀਕ ਤੋਂ ਤੁਸੀਂ ਇਹ ਨੋਟਸ ਲੈ ਸਕਦੇ ਹੋਗੇ। ਸਾਡੀ ਪੂਰੀ ਕੋਸ਼ਿਸ਼ ਹੈ ਕਿ ਜਿਹੜੀ 15 ਤੱਕ ਜਿਹੜੇ ਤੁਹਾਡੇ ਨੋਟਸ ਨੇ ਇਹ ਪੂਰੀ ਤਰ੍ਹਾਂ ਤਿਆਰ ਹੋ ਸਕਣ। ਕੱਲ੍ਹ ਜਿਹੜੀ ਆਪਾਂ ਨੇ ਇੱਕ ਕਲਾਸ ਸਟਾਰਟ ਕੀਤੀ ਸੀ, ਜਿਸ ਦੇ ਵਿੱਚ ਆਪਾਂ ਨੇ ਜਿਹੜਾ ਟੌਪਿਕ ਪੜ੍ਹਿਆ ਸੀਗਾ ਉਹ ਸੀ ਆਪਣਾ ਗੁਪਤ ਸਾਮਰਾਜ ਦਾ, ਜਿਸ ਦੇ ਵਿੱਚ ਆਪਾਂ ਗੁਪਤ ਸਾਮਰਾਜ ਦੀ ਥੋੜ੍ਹੀ ਇੰਟਰੋ ਪੜ੍ਹੀ ਸੀ। ਉਸ ਤੋਂ ਬਾਅਦ ਆਪਾਂ ਨੇ ਉਹਨਾਂ ਦੇ 2 ਸ਼ਾਸਕਾਂ ਬਾਰੇ ਪੜ੍ਹਿਆ ਸੀ। ਚੰਦਰਗੁਪਤ ਬਾਰੇ ਪੜ੍ਹਿਆ ਸੀਗਾ, ਜਿਹੜਾ ਚੰਦਰਗੁਪਤ ਸੈਕਿੰਡ ਸੀਗਾ। ਸਭ ਤੋਂ ਪਹਿਲਾਂ ਸ਼੍ਰੀ ਗੁਪਤ, ਫਿਰ ਉਸ ਦਾ ਉੱਤਰਾਧਿਕਾਰੀ ਕਿਹੜਾ ਸੀ ਘਟੋਤਕਚ, ਫਿਰ ਸਮੁੰਦਰਗੁਪਤ, ਫਿਰ ਚੰਦਰਗੁਪਤ ਦੂਸਰਾ, ਹੈ ਨਾ। ਕੱਲ੍ਹ ਆਪਾਂ ਨੇ ਇਹਨਾਂ ਹੀ ਬਾਰੇ ਪੜ੍ਹਿਆ ਸੀ। ਪਰ ਜਿਹੜਾ ਅੱਜ ਦਾ ਆਪਣਾ ਟੌਪਿਕ ਹੈਗਾ ਗੁਪਤ ਸਾਮਰਾਜ ਦੇ ਨਾਲ ਇਸ ਤੋਂ ਅੱਗੇ ਜਿਹੜੇ ਆਪਣੇ 2 ਸ਼ਾਸਕ ਰਹਿ ਗਏ ਇਸ ਦੇ ਵਿੱਚ। ਪਹਿਲਾ ਕੁਮਾਰਗੁਪਤ, ਉਸ ਤੋਂ ਬਾਅਦ ਇੱਕ ਹੋਰ ਰਹਿ ਗਿਆ ਸਕੰਦਗੁਪਤ। ਆਪਾਂ ਅੱਜ ਇਹਨਾਂ ਬਾਰੇ ਪੜ੍ਹਾਂਗੇ। ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਗੁਪਤ ਸਾਮਰਾਜ ਦੀ ਕਲਾ ਵਿਵਸਥਾ ਹੋ ਗਈ, ਭਵਨ ਨਿਰਮਾਣ ਕਾਰੀਗਰੀ ਹੋ ਗਈ, ਜਾਂ ਕੋਈ ਗ੍ਰਹਿਾਂ ਬਾਰੇ ਜਿਹੜੀ ਵੀ ਕੋਈ ਇਹਨਾਂ ਦੀ ਵਿਗਿਆਨ ਸੀ ਉਸ ਟਾਈਮ 'ਤੇ ਇਹਨਾਂ ਦੇ ਕੋਲ ਵਿਦਵਾਨ ਸੀ, ਆਪਾਂ ਉਹਨਾਂ ਬਾਰੇ ਵੀ ਥੋੜ੍ਹੀ ਜਿਹੀ ਇੰਟਰੋ ਪੜ੍ਹਾਂਗੇ। ਠੀਕ ਹੈ ਜੀ, ਆਓ ਸਟਾਰਟ ਕਰਦੇ ਅੱਜ ਦੀ ਕਲਾਸ। ਇਸ ਤੋਂ ਪਹਿਲਾਂ ਜਿਹੜੇ ਨਵੇਂ ਬੱਚੇ ਅੱਜ ਸਾਡੇ ਨਾਲ ਜੁੜੇ ਨੇ, ਵਿਜ਼ਿਟ ਕਰ ਰਹੇ ਨੇ, ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਪਿਛਲੀਆਂ ਕਲਾਸਾਂ ਨੂੰ ਦੇਖ ਕੇ ਸਾਡੇ ਨਾਲ ਜੁੜ ਸਕਦੇ ਹੋ। ਹੁਣ ਦੇਖੋ, ਕੱਲ੍ਹ ਆਪਾਂ ਨੇ ਜਿੱਥੋਂ ਤੱਕ ਪੜ੍ਹਿਆ ਸੀਗਾ ਕਿ ਜਿਹੜੇ ਚੰਦਰਗੁਪਤ ਸੈਕਿੰਡ ਸੀ ਵਿਕਰਮਦਿੱਤਿਆ, ਉਸਨੇ ਕੀ ਕੰਮ ਕੀਤੇ ਸੀ ਜਾਂ ਕੀ ਕੁਝ ਬਣਵਾਇਆ ਸੀ। ਉਸ ਤੋਂ ਬਾਅਦ ਜਿਹੜਾ ਚੰਦਰਗੁਪਤ ਵਿਕਰਮਦਿੱਤਿਆ ਸੀ, ਹੁਣ ਉਸ ਦਾ ਜਿਹੜਾ ਉੱਤਰਾਧਿਕਾਰੀ ਆ ਗਿਆ ਅੱਗੇ, ਕਿਹੜਾ ਆ ਗਿਆ? ਕੁਮਾਰਗੁਪਤ। ਇਹਦਾ ਸ਼ਾਸਨ ਕਾਲ ਕਿੱਥੋਂ ਤੋਂ ਕਿੱਥੋਂ ਰਿਹਾ? 412 ਈਸਾ ਪੂਰਵ ਤੋਂ ਲੈ ਕੇ 454 ਤੱਕ। ਠੀਕ ਹੈ ਜੀ। ਹੁਣ ਦੇਖੋ, ਚੰਦਰਗੁਪਤ ਸੈਕਿੰਡ ਤੋਂ ਬਾਅਦ ਕਹਿੰਦੇ ਉਸ ਦਾ ਪੁੱਤਰ ਕੁਮਾਰਗੁਪਤ ਜੀ ਜਿਹੜਾ ਉਸ ਦਾ ਉੱਤਰਾਧਿਕਾਰੀ ਬਣਿਆ। ਹੁਣ ਦੇਖੋ, ਜਿਹੜਾ ਕੁਮਾਰਗੁਪਤ ਹੈ ਇਹਦਾ ਇੱਕ ਹੋਰ ਨਾਮ ਵੀ ਲਿਆ ਜਾਂਦਾ। ਕੀ ਨਾਮ? ਗੋਬਿੰਦ ਗੁਪਤ। ਕੁਮਾਰਗੁਪਤ ਨੂੰ ਗੋਬਿੰਦ ਗੁਪਤ ਵੀ ਕਿਹਾ ਜਾਂਦਾ, ਇਹ ਨਾਮ ਯਾਦ ਰੱਖਣਾ। ਹੁਣ ਜਿਹੜਾ ਗੋਬਿੰਦ ਗੁਪਤ ਹੈ ਜਾਂ ਕੁਮਾਰਗੁਪਤ, ਇਹਦਾ ਸ਼ਾਸਨ ਕਾਲ ਕਿੱਥੋਂ ਤੋਂ ਕਿੱਥੇ ਰਿਹਾ? 415 ਤੋਂ ਲੈ ਕੇ 454 ਤੱਕ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ, ਨਹੀਂ ਠੀਕ ਹੈ, ਨਾਲੰਦਾ ਵਿਸ਼ਵ ਵਿਦਿਆਲਿਆ ਦੀ ਸਥਾਪਨਾ ਕੁਮਾਰਗੁਪਤ ਨੇ ਕੀਤੀ। ਨਾਲੰਦਾ ਵਿਸ਼ਵ ਵਿਦਿਆਲਿਆ ਦੀ ਸਥਾਪਨਾ ਕਹਿੰਦੇ ਕੁਮਾਰਗੁਪਤ ਨੇ ਕੀਤੀ। ਹੁਣ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੀ ਨਾਲੰਦਾ ਵਿਸ਼ਵ ਵਿਦਿਆਲਿਆ ਜਿਹੜੀ ਬਿਹਾਰ ਦੇ ਵਿੱਚ ਹੈਗੀ ਸੀ, ਹੁਣ ਤਾਂ ਇਹਦੇ ਸਿਰਫ ਇੱਕ ਅਵਸ਼ੇਸ਼ ਬਚੇ ਨੇ, ਖੰਡਰ ਦੇ ਰੂਪ ਦੇ ਵਿੱਚ ਰਹਿ ਗਈ, ਸਾਰੀ ਢਹਿ ਗਈ। ਇਹ ਸਭ ਤੋਂ ਜ਼ਿਆਦਾ ਉਸ ਟਾਈਮ ਦੀ ਕੀ ਸੀ? ਬੈਸਟ ਵਿਸ਼ਵ ਵਿਦਿਆਲਿਆ ਮੰਨਿਆ ਜਾਂਦਾ ਸੀ, ਜਿਸ ਦੇ ਵਿੱਚ ਜਿਹੜੇ ਦੇਸ਼ਾਂ ਵਿਦੇਸ਼ਾਂ ਤੋਂ ਬੌਧ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਸੀ। ਹੋਰ ਵੀ ਜਿਹੜੇ ਬੱਚੇ ਸੀ ਪੜ੍ਹਨ ਵਾਸਤੇ ਆਉਂਦੇ ਸੀ। ਠੀਕ ਹੈ ਜੀ। ਇਹ ਸਭ ਤੋਂ ਜ਼ਿਆਦਾ ਕੀ ਸੀਗੀ? ਫੇਮਸ ਵਿਸ਼ਵ ਵਿਦਿਆਲਿਆ ਸੀ ਸਾਰੇ ਵਿਸ਼ਵ ਵਿਦਿਆਲਿਆਂ ਦੇ ਵਿੱਚੋਂ। ਹੁਣ ਜਿਹੜੀ ਵਿਸ਼ਵ ਵਿਦਿਆਲਿਆ ਦੀ ਸਥਾਪਨਾ ਸੀ ਇਹ ਕਿਹੜੇ ਸ਼ਾਸਕਾਂ ਨੇ ਕਰਵਾਈ ਹੈ? ਇਹ ਗੁਪਤ ਸਾਮਰਾਜ ਦੇ ਸ਼ਾਸਕਾਂ ਨੇ ਕਰਵਾਈ ਹੈ। ਅਤੇ ਕਿਸ ਨੇ ਕਰਵਾਈ ਹੈ? ਕੁਮਾਰਗੁਪਤ ਨੇ। ਠੀਕ ਹੈ ਜੀ। ਆਪਾਂ ਪਹਿਲਾਂ ਵੀ ਪੜ੍ਹਿਆ ਸੀ ਕਿ ਜਿਹੜੇ ਗੁਪਤ ਸਾਮਰਾਜ ਦੇ ਵਿੱਚ ਸਿੱਖਿਆ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਉਸ ਤੋਂ ਬਾਅਦ ਦੇਖੋ, ਕੁਮਾਰਗੁਪਤ ਦੀ ਮਾਂ ਦਾ ਨਾਮ ਕਹਿੰਦੇ ਧਰੂਵ ਦੇਵੀ ਸੀ। ਕੁਮਾਰਗੁਪਤ ਦੀ ਜਿਹੜੀ ਮਾਂ ਸੀ ਉਹ ਧਰੂਵ ਦੇਵੀ ਸੀ। ਕੁਮਾਰਗੁਪਤ ਦੇ ਸ਼ਾਸਨ ਕਾਲ ਦੇ ਵਿੱਚ ਹੂਣਾਂ ਦਾ ਹਮਲਾ ਹੋਇਆ। ਹੂਣ ਇੱਕ ਸ਼ਾਸਕ ਸੀ ਦੁਸ਼ਮਣ ਇਹਨਾਂ ਦੇ, ਜਿਨ੍ਹਾਂ ਨੇ ਕੁਮਾਰਗੁਪਤ ਦੇ ਸ਼ਾਸਨ ਕਾਲ ਦੇ ਵਿੱਚ ਹੂਣਾਂ ਦਾ ਹਮਲਾ ਹੋਇਆ ਸੀਗਾ। ਇਸ ਨੂੰ ਮਹਿੰਦਰ ਦਿੱਤ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈਗਾ। ਹੁਣ ਦੇਖੋ, ਇੱਕ ਪਹਿਲਾ ਨਾਮ ਕੁਮਾਰਗੁਪਤ, ਸੈਕਿੰਡ ਨਾਮ ਕਿਹੜਾ? ਗੋਬਿੰਦ ਗੁਪਤ। ਹੁਣ ਤੀਸਰਾ ਨਾਮ ਕਿਹੜਾ ਆ ਗਿਆ ਇਸ ਦਾ? ਮਹਿੰਦਰ ਦੱਤ। ਠੀਕ ਹੈ ਜੀ। ਇਸ ਦੇ ਨਾਮ ਨਾਲ ਵੀ ਇਸ ਨੂੰ ਜਾਣਿਆ ਜਾਂਦਾ ਸੀਗਾ। ਕਹਿੰਦੇ ਇਸ ਨੂੰ ਵਿਸ਼ਨੂੰ ਦਾ ਅਨੁਯਾਈ ਸੀਗਾ, ਜਿਹੜਾ ਇਹ ਸੀਗਾ ਕੁਮਾਰਗੁਪਤ ਵਿਸ਼ਨੂੰ ਦਾ ਅਨੁਯਾਈ ਸੀ। ਹੁਣ ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਜਿਹੜੇ ਮੌਰੀਆ ਸਾਮਰਾਜ ਦੇ ਸ਼ਾਸਕ ਸੀਗੇ ਉਹ ਤਾਂ ਤਕਰੀਬਨ ਜੈਨ ਧਰਮ ਨੂੰ ਮੰਨਦੇ ਸੀ, ਪਰ ਜਿੰਨੇ ਵੀ ਗੁਪਤ ਸਾਮਰਾਜ ਦੇ ਵਿੱਚ ਹੋਏ ਨੇ ਨਾ, ਇਹ ਸਾਰੇ ਸਭ ਤੋਂ ਪਹਿਲਾਂ ਕਿਹੜੇ ਧਰਮ ਨੂੰ ਮੰਨਦੇ ਨੇਗੇ? ਵੈਸ਼ਨਵ ਧਰਮ ਨੂੰ। ਵੈਸ਼ਨਵ ਧਰਮ ਕਹਿ ਲਓ ਜਾਂ ਹਿੰਦੂ ਧਰਮ ਕਹਿ ਲਓ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ, ਕਹਿੰਦੇ ਇਹ ਵਿਸ਼ਨੂੰ ਦਾ ਅਨੁਯਾਈ ਸੀਗਾ, ਪਰ ਸਭ ਦੇ ਜਿਹੜੇ ਸਾਰੇ ਧਰਮਾਂ ਦੇ ਪ੍ਰਤੀ ਇਹਦੀ ਸਹਿਣਸ਼ੀਲਤਾ ਦੀ ਨੀਤੀ ਅਪਣਾਉਂਦਾ ਸੀਗਾ। ਇਹ ਭਾਵ ਸਾਰੇ ਧਰਮਾਂ ਦੇ ਪ੍ਰਤੀ ਇਹ ਸਹਿਣਸ਼ੀਲ ਸੀਗਾ। ਕੋਈ ਇਸ ਦੇ ਰਾਜ ਦੇ ਵਿੱਚ ਇਹ ਕੱਟੜਤਾ ਨਹੀਂ ਸੀਗੀ ਕਿ ਤੁਸੀਂ ਸਿਰਫ ਹਿੰਦੂ ਧਰਮ ਨੂੰ ਹੀ ਅਪਣਾਓ, ਜੈਨ ਧਰਮ ਨੂੰ ਨਾ ਮੰਨੋ। ਠੀਕ ਹੈ ਜੀ। ਇਸ ਨੇ ਇੱਕ ਮੋਰ ਦੀ ਆਕ੍ਰਿਤੀ ਦੀਆਂ ਮੁਦਰਾਵਾਂ ਦਾ ਪ੍ਰਚਲਨ ਕੀਤਾ ਅਤੇ ਅਸ਼ਵਮੇਵ ਯੱਗ ਵੀ ਕੀਤਾ। ਜਿਹੜੀ ਮੋਰ ਦੀ ਆਕ੍ਰਿਤੀ ਦੀਆਂ
ਮੁਦਰਾਵਾਂ ਸੀ ਉਹਨਾਂ ਦਾ ਪ੍ਰਚਲਨ ਕੀਤਾ ਅਤੇ ਅਸ਼ਵਮੇਵ ਯੱਗ ਵੀ ਕੀਤਾ। ਕੁਮਾਰ ਗੁਪਤ ਦੇ ਜਿਹੜੇ ਉੱਤਰਾਧਿਕਾਰੀ ਸੀ ਉਹ ਸਕੰਦ ਗੁਪਤ ਸੀ। ਕੁਮਾਰ ਗੁਪਤ ਦਾ ਉੱਤਰਾਧਿਕਾਰੀ ਸਕੰਦ ਗੁਪਤ ਸੀ। ਇਸ ਤੋਂ ਬਾਅਦ ਦੇਖੋ ਹੁਣ ਆ ਗਿਆ ਅੱਗੇ ਸਕੰਦ ਗੁਪਤ 455 ਈਸਾ ਪੂਰਵ ਟੂ 467। ਠੀਕ ਹੈ ਜੀ। ਸਕੰਦ ਗੁਪਤ ਕਹਿੰਦੇ ਗੁਪਤ ਵੰਸ਼ ਦਾ ਆਖਰੀ ਅਤੇ ਪ੍ਰਤਾਪੀ ਸ਼ਾਸਕ ਹੋਇਆ। ਇਹ ਗੁਪਤ ਸਾਮਰਾਜ ਦਾ ਸਭ ਤੋਂ ਆਖਰੀ ਅਤੇ ਪ੍ਰਤਾਪੀ ਸ਼ਾਸਕ ਹੋਇਆ। ਸਕੰਦ ਗੁਪਤ ਨੇ 466 ਦੇ ਵਿੱਚ ਚੀਨੀ ਸਾਂਗ ਸਮਰਾਟ ਦੇ ਦਰਬਾਰ ਦੇ ਵਿੱਚ ਇੱਕ ਰਾਜਦੂਤ ਭੇਜਿਆ ਸੀਗਾ। ਸਕੰਦ ਗੁਪਤ ਸੀ ਜਿਹੜਾ ਇਸਨੇ 466 ਈਸਾ ਪੂਰਵ ਦੇ ਵਿੱਚ ਚੀਨੀ ਸਾਂਗ ਸਮਰਾਟ ਦੇ ਦਰਬਾਰ ਦੇ ਵਿੱਚ ਇੱਕ ਰਾਜਦੂਤ ਭੇਜਿਆ। ਚੀਨੀ ਕੀ ਸੀਗਾ? ਇਹ ਸਮਰਾਟ ਸੀ ਜਿਹਦਾ ਨਾਮ ਕੀ ਸੀਗਾ? ਸਾਂਗ। ਠੀਕ ਹੈ ਜੀ। ਇਸਨੇ ਗਿਰਨਾਰ ਪਰਬਤ ਦੇ ਉੱਪਰ ਜਾਂ ਇਸ ਦੇ ਉੱਪਰ ਸਥਿਤ ਸੁਦਰਸ਼ਨ ਝੀਲ ਦੀ ਮੁਰੰਮਤ ਕਰਵਾਈ ਸੀ। ਸਭ ਤੋਂ ਪਹਿਲਾਂ ਗੁਪਤ ਸਾਮਰਾਜ ਵਾਲੇ ਨੇ ਹੀ ਜਿਹੜੇ ਸੁਦਰਸ਼ਨ ਝੀਲ ਦੀ ਨਿਰਮਾਣ ਕਰਵਾਇਆ ਸੀ ਤੇ ਜਿਹੜਾ ਸਕੰਦ ਗੁਪਤ ਸੀ ਇਸਨੇ ਇਸ ਦੀ ਕੀ ਕਰਵਾਈ ਸੀ? ਮੁਰੰਮਤ ਕਰਵਾਈ ਸੀ। ਠੀਕ ਹੈ ਜੀ। 455 ਦੇ ਵਿੱਚ ਕਹਿੰਦੇ ਸਕੰਦ ਗੁਪਤ ਨੇ ਹੂਣਾਂ ਨੂੰ ਹਰਾਇਆ। ਹੁਣ ਦੇਖੋ ਜਿਹੜੇ ਹੂਣ ਸੀਗੇ ਉਹ ਜਦੋਂ ਲਗਾਤਾਰ ਕੁਮਾਰ ਗੁਪਤ ਦੇ ਸਮੇਂ ਹਮਲਾ ਕਰ ਰਹੇ ਸੀ, ਪਰ ਜਿਹੜਾ ਸਕੰਦ ਗੁਪਤ ਹੈ ਇਸ ਪ੍ਰਤਾਪੀ ਰਾਜੇ ਨੇ ਹੂਣਾਂ ਨੂੰ ਕੀ ਕਰਿਆ ਸੀ? ਹਰਾਇਆ ਸੀਗਾ। ਅਤੇ ਹੂਣਾਂ ਦੇ ਆਕਰਮਣ ਤੋਂ ਭਾਰਤ ਦੀ ਰੱਖਿਆ ਕਰਨ ਵਾਲਾ ਇਹ ਸਭ ਤੋਂ ਪਹਿਲਾ ਰਾਜਾ ਹੋਇਆ ਜਾਂ ਇਹਨਾਂ ਨੂੰ ਹਰਾਉਣ ਦਾ ਸਿਹਰਾ ਜਿਹੜਾ ਸੀ ਉਹ ਸਕੰਦ ਗੁਪਤ ਦੇ ਸਰ ਨੂੰ ਜਾਂਦਾ ਹੈ। ਠੀਕ ਹੈ ਜੀ। ਇਸਨੇ ਹੂਣਾਂ ਨੂੰ ਹਰਾ ਕੇ ਭਾਰਤ ਦੇ ਵਿੱਚੋਂ ਖੰਡੇੜਤਾ ਸੀਗਾ। ਇਸਨੇ ਪੁਸ਼ਯਮਿੱਤਰ ਦੇ ਵਿਦਰੋਹ ਨੂੰ ਵੀ ਖਤਮ ਕੀਤਾ, ਜਿਸ ਦਾ ਉਲੇਖ ਪਿਤਰੀ ਸਤੰਭ ਦੇ ਲੇਖ ਦੇ ਵਿੱਚ ਮਿਲਦਾ ਹੈ। ਪੁਸ਼ਯਮਿੱਤਰਾਂ ਦੇ ਵਿਦਰੋਹ ਨੂੰ ਵੀ ਖਤਮ ਕੀਤਾ ਸੀ ਇਸਨੇ, ਤੇ ਇਹਦਾ ਜਿਹੜਾ ਉਲੇਖ ਆ ਉਹ ਕਿੱਥੇ ਮਿਲਦਾ? ਪਿਤਰੀ ਸਤੰਭ। ਪਿਤਰੀ ਇੱਕ ਸਤੰਭ ਹੈ ਜਿਸ ਦੇ ਉੱਪਰ ਜਿਹੜਾ ਲੇਖ ਲਿਖਿਆ ਹੋਇਆ, ਉੱਥੋਂ ਇਹ ਜਿਹੜੀ ਜਾਣਕਾਰੀ ਮਿਲਦੀ ਹੈ ਕਿ ਇਸਨੇ ਪੁਸ਼ਯਮਿੱਤਰਾਂ ਦੇ ਵਿਦਰੋਹ ਨੂੰ ਵੀ ਖਤਮ ਕੀਤਾ ਸੀਗਾ। ਗੁਪਤ ਵੰਸ਼ ਦੇ ਸ਼ਾਸਕ ਭਾਨੂ ਗੁਪਤ ਦੇ ਸਮੇਂ ਸਤੀ ਪ੍ਰਥਾ ਦਾ ਪਹਿਲਾ ਸਾਖਿਆ ਜਾਂ ਉਲੇਖ 510 ਈਸਾ ਪੂਰਵ ਏਰਣ ਲੇਖ ਵਿੱਚ ਮਿਲਦਾ ਹੈ। ਹੁਣ ਦੇਖੋ ਹੁਣ ਇਹਨਾਂ ਦੀ ਜਿਹੜੀ ਸਮਾਜਿਕ ਦਸ਼ਾ ਹੈਗੀ ਨਾ ਉਹ ਨੀਚੇ ਵੱਲ ਆ ਜਾਊਗੀ, ਡਾਊਨ ਹੋ ਜਾਊਗੀ। ਕਿਉਂ ਹੋ ਜਾਊਗੀ? ਕਿਉਂਕਿ ਜਿੱਥੇ ਸਤੀ ਪ੍ਰਥਾ ਆ ਗਈ ਉੱਥੇ ਸਮਾਜ ਪਤਨ ਵੱਲ ਚੱਲ ਪੈਂਦਾ, ਤਾਂ ਹੀ ਕਰਕੇ ਇਹ ਆਖਰੀ ਰਾਜਾ ਹੋਇਆ। ਠੀਕ ਹੈ ਜੀ। ਹੁਣ ਜਿੱਥੇ ਸਤੀ ਪ੍ਰਥਾ ਆ ਗਈ ਉੱਥੇ ਸਮਾਜ ਦਾ ਕੀ ਮੰਨਿਆ ਜਾਂਦਾ ਹੈਗਾ? ਐਂਡ ਮੰਨਿਆ ਜਾਂਦਾ ਹੈਗਾ। ਗੁਪਤ ਵੰਸ਼ ਦੇ ਸ਼ਾਸਕਾਂ ਭਾਨੂ ਗੁਪਤ ਦੇ ਸਮੇਂ ਕਹਿੰਦੇ ਸਤੀ ਪ੍ਰਥਾ ਦਾ ਪਹਿਲਾ ਸਾਖਿਆ ਜਾਂ ਅਭਿਲੇਖ ਮਿਲਦਾ ਹੈਗਾ। ਕਦੋਂ? 510 ਏਰਣ ਅਭਿਲੇਖ ਦੇ ਵਿੱਚ। ਹੁਣ ਭਾਨੂ ਗੁਪਤ ਦਾ ਕਹਿੰਦੇ ਇੱਕ ਸੈਨਾਪਤੀ ਸੀਗਾ ਜਿਸ ਦੀ ਘਰਵਾਲੀ ਨੂੰ ਸਭ ਤੋਂ ਪਹਿਲਾਂ ਸਤੀ ਕੀਤਾ ਗਿਆ ਸੀ ਗੁਪਤ ਸਾਮਰਾਜ ਦੇ ਵਿੱਚ। ਠੀਕ ਹੈ ਜੀ। ਗੁਪਤ ਵੰਸ਼ ਦਾ ਕਹਿੰਦੇ ਆਖਰੀ ਜਿਹੜੇ ਸ਼ਾਸਕ ਸੀਗਾ ਉਹ ਵਿਸ਼ਨੂੰ ਗੁਪਤ ਸੀਗਾ। ਜਿਹੜੇ ਆਪਾਂ ਗੱਲ ਕਰ ਰਹੇ ਸੀ ਨਾ ਸਕੰਦ ਗੁਪਤ ਦੀ, ਉਹ ਇਹ ਮੰਨਿਆ ਜਾਂਦਾ ਕਿ ਆਖਰੀ ਅਤੇ ਪ੍ਰਤਾਪੀ ਦਾ ਭਾਵ ਕੀ ਹੋ ਗਿਆ ਕਿ ਜਿਹੜੇ ਸ਼ਕਤੀਸ਼ਾਲੀ ਰਾਜਾ ਸੀ ਉਹ ਸਕੰਦ ਗੁਪਤ ਹੀ ਸੀਗਾ। ਇਸ ਤੋਂ ਬਾਅਦ ਕੋਈ ਹੋਇਆ ਨਹੀਂਗਾ। ਹੁਣ ਇਸ ਤੋਂ ਬਾਅਦ ਜਿਹੜੇ ਦੋ ਆ ਗਏ, ਭਾਨੂ ਗੁਪਤ ਵੀ ਆ ਗਿਆ, ਜਿਹੜਾ ਇਹ ਵਿਸ਼ਨੂੰ ਗੁਪਤ ਵੀ ਆ ਗਏ। ਇਹ ਸਿਰਫ ਨਾਮ ਦੇ ਰਾਜ ਹੀ ਨਹੀਂ, ਕਿਉਂਕਿ ਇਹਨਾਂ ਸਮੇਂ ਕੀ ਹੋ ਗਏ ਸੀ ਜਿਹੜੇ ਗੁਪਤ ਸਾਮਰਾਜ ਸੀ ਉਹ ਹੇਠਾਂ ਦੀ ਬੁਲੰਦੀਆਂ ਵੱਲ ਚੱਲ ਪਿਆ ਸੀਗਾ। 570 ਦੇ ਵਿੱਚ ਕਹਿੰਦੇ ਗੁਪਤ ਵੰਸ਼ ਦਾ ਪਤਨ ਹੋ ਗਿਆ। 570 ਈਸਾ ਪੂਰਵ ਦੇ ਵਿੱਚ ਜਿਹੜਾ ਗੁਪਤ ਵੰਸ਼ ਦਾ ਸੀ ਕੀ ਪਤਨ ਹੋਣਾ ਸਟਾਰਟ ਹੋ ਗਿਆ ਸੀ, ਜਾਂ ਇਹ ਮੰਨ ਲਓ ਹੋ ਗਿਆ ਲਗਾਤਾਰ, ਕਿਉਂਕਿ ਜਿੱਥੇ ਸਤੀ ਪ੍ਰਥਾ ਆ ਗਈ ਉੱਥੋਂ ਸਟਾਰਟਿੰਗ ਚੱਲ ਪਈ ਇਸ ਦੀ। ਗੁਪਤ ਕਾਲ ਨੂੰ ਕਹਿੰਦੇ ਸੁਨਹਿਰੀ ਕਾਲ ਜਾਂ ਸਵਰਨ ਕਾਲ ਵੀ ਕਿਹਾ ਜਾਂਦਾ ਗਾ, ਕਿਉਂਕਿ ਗੁਪਤ ਸਾਮਰਾਜ ਦੇ ਵਿੱਚ ਆਰਥਿਕ ਦ੍ਰਿਸ਼ਟੀ ਦੀ ਤੌਰ ਤੋਂ ਕਹਿ ਲਓ, ਸੰਸਕ੍ਰਿਤੀ ਦੇ ਤੌਰ 'ਤੇ ਕਹਿ ਲਓ, ਜਾਂ ਕਿਸੇ ਵੀ ਪੱਖ ਤੋਂ ਆਪਾਂ ਦੇਖੀਏ ਹਰ ਇੱਕ ਪੱਖ ਦੇ ਵਿੱਚ ਕੀ ਸੀ? ਬੁਲੰਦੀਆਂ ਹੀ ਬੁਲੰਦੀਆਂ ਸੀ। ਠੀਕ ਹੈ ਜੀ। ਤਾਂ ਕਰਕੇ ਇਸ ਨੂੰ ਕੀ ਮੰਨਿਆ ਜਾਂਦਾ ਗਾ? ਸਵਰਨ ਕਾਲ ਕਿਹਾ ਜਾਂਦਾ ਗਾ। ਗੁਪਤ ਸਾਮਰਾਜ ਦੀ ਪ੍ਰਸ਼ਾਸਨ ਵਿਵਸਥਾ। ਹੁਣ ਆਪਾਂ ਥੋੜ੍ਹਾ ਇਹਨਾਂ ਸਮਾਜ ਬਾਰੇ ਪੜ੍ਹਾਂਗੇ ਕਿ ਕੀ ਕੁਝ ਪ੍ਰਚਲਿਤ ਸੀ ਉਦੋਂ। ਕਹਿੰਦੇ ਰਾਜਾ ਨੇ ਪਰਮੇਸ਼ਵਰ ਮਹਾਰਾਜਾ ਧਿਰਾਜ ਦੀਆਂ ਉਪਾਧੀਆਂ ਧਾਰਨ ਕੀਤੀਆਂ ਹੋਈਆਂ ਸੀ। ਗੁਪਤ ਸਾਮਰਾਜ ਦੇ ਵਿੱਚ ਜਿਹੜੇ ਰਾਜੇ ਸੀ ਪਰਮੇਸ਼ਵਰ ਮਹਾਰਾਜਾ ਧਿਰਾਜ ਦੀਆਂ ਉਪਾਧੀਆਂ ਧਾਰਨ ਕਰਦੇ ਸੀ। ਗਰੂੜ ਗੁਪਤ ਵੰਸ਼ ਦਾ ਰਾਜਕੀਏ ਚਿੰਨ੍ਹ ਸੀ। ਗਰੂੜ ਵਿਸ਼ਨੂੰ ਦਾ ਵਾਹਕ ਹੈ ਇਹ। ਠੀਕ ਹੈ ਜੀ। ਵਿਸ਼ਨੂੰ ਦਾ ਵਾਹਕ ਹੈ ਇਹ, ਵਾਹਣ ਹੈ, ਤਾਂ ਕਰਕੇ ਜਿਹੜਾ ਗਰੂੜ ਸੀਗਾ ਇਹਨਾਂ ਦਾ ਰਾਸ਼ਟਰੀ ਚਿੰਨ੍ਹ ਮੰਨਿਆ ਜਾਂਦਾ ਸੀ ਇਹ। ਗਰੂੜ ਨੂੰ ਤੁਸੀਂ ਇਹ ਹਿੰਦੀ ਦੇ ਵਿੱਚ ਕਈ ਬੱਚੇ ਸਮਝਦੇ ਹੋਣਗੇ ਕਿ ਗਰੂੜ ਕੀ ਹੁੰਦਾ, ਪਰ ਪੰਜਾਬੀ ਦੇ ਵਿੱਚ ਨਹੀਂ ਕਹਿੰਦੇ ਗਰੜ ਫੰਗ, ਹੈ ਨਾ, ਉਹ ਗੱਲ ਹੈ ਇਹ। ਗਰੜ ਫੰਗ ਬੋਲਿਆ ਜਾਂਦਾ ਇਸ ਨੂੰ। ਗੁਪਤ ਵੰਸ਼ੀ ਰਾਜਿਆਂ ਦੁਆਰਾ ਜਾਰੀ ਕੀਤੇ ਸੋਨੇ ਦੇ ਸਿੱਕਿਆਂ ਨੂੰ ਦਿਨਾਰ ਕਿਹਾ ਜਾਂਦਾ ਸੀ। ਹੁਣ ਜਿਹੜੇ ਗੁਪਤ ਸ਼ਾਸਨ ਦੇ ਵਿੱਚ ਸ਼ਾਸਨ ਕਾਲ ਦੇ ਸਮੇਂ ਸੋਨੇ ਦੇ ਸਿੱਕੇ ਚੱਲਦੇ ਸੀ ਉਹਨਾਂ ਨੂੰ ਦਿਨਾਰ ਬੋਲਿਆ ਜਾਂਦਾ ਸੀ। ਠੀਕ ਹੈ ਜੀ। ਚੰਦਰਗੁਪਤ ਪਹਿਲੇ ਦੇ ਸਮੇਂ ਕਹਿੰਦੇ ਸਿੱਕਿਆਂ ਦੇ ਉੱਪਰ ਚੰਦਰਗੁਪਤ ਅਤੇ ਕੁਮਾਰ ਦੇਵੀ ਦਾ ਚਿੱਤਰ ਅਤੇ ਨਾਮ ਅੰਕਿਤ ਸੀ। ਠੀਕ ਹੈ ਜੀ। ਗੁਪਤਾਂ ਦੀ ਕਹਿੰਦੇ ਸ਼ਾਸਨ ਵਿਵਸਥਾ ਵਿੱਚ ਕੁਝ ਵੀ ਇਹਨਾਂ ਦਾ ਖੁਦ ਦਾ ਨਹੀਂ ਸੀਗਾ। ਹੁਣ ਇਹ ਗੱਲ ਨੂੰ ਥੋੜ੍ਹਾ ਧਿਆਨ ਨਾਲ ਸੁਣਿਓ।
ਜਿਹੜੇ ਗੁਪਤ ਸ਼ਾਸਨ ਵਿਵਸਥਾ ਦੇ ਵਿੱਚ ਕੁਝ ਵੀ ਕਹਿੰਦੇ ਇਹਦੇ ਕਿ ਇਹ ਨਹੀਂ ਹੈਗਾ ਕਿ ਜਮਾ ਵੀ ਨਹੀਂ ਸੀ ਇਹਨਾਂ ਦਾ ਖੁਦ ਦਾ, ਇਹਨਾਂ ਦਾ ਥੋੜਾ ਬਹੁਤ ਹਿੱਸਾ ਹੈਗਾ ਸੀਗਾ, ਪਰ ਬਲਕਿ ਮਿਸ਼ਰਣ ਸੀਗਾ ਇਹ। ਹੁਣ ਦੇਖੋ ਮਿਸ਼ਰਣ ਕਿਵੇਂ ਸੀ, ਜਿਸ ਦੇ ਵਿੱਚ ਕਹਿੰਦੇ ਮੌਰੀਆ, ਸਤਵਾਹਨ, ਸ਼ਕ, ਕੁਸ਼ਾਣ ਇਹਨਾਂ ਦੀ ਜਿਹੜੀ ਵਿਧੀਆਂ ਦਾ ਮਿਸ਼ਰਣ ਸੀਗਾ। ਭਾਵ ਜਿਹੜੇ ਇਹਨਾਂ ਤੋਂ ਪਹਿਲਾਂ ਰਾਜੇ ਹੋਏ ਨੇ ਉਹਨਾਂ ਨੇ ਜਿਹੜੀਆਂ ਵਿਧੀਆਂ ਅਪਣਾਈਆਂ ਨੇ ਰਾਜ ਨੂੰ ਚਲਾਉਣ ਵਾਸਤੇ, ਉਹ ਸਾਰੀਆਂ ਵਿਧੀਆਂ ਇਹਨਾਂ ਨੇ ਮਿਕਸ ਕਰਕੇ ਆਪਣੇ ਰਾਜ ਦੇ ਵਿੱਚ ਚਲਾਈਆਂ ਸੀਗੀਆਂ, ਆਪਣੇ ਰਾਜ ਨੂੰ ਚਲਾਉਣ ਵਾਸਤੇ। ਕੁਝ ਕੁ ਇਹਨਾਂ ਦੀ ਕੋਸ਼ਿਸ਼ ਸੀਗੀ ਅਤੇ ਕੁਝ ਕੁ ਜਿਹੜੇ ਇਹਦੋਂ ਪਹਿਲਾਂ ਰਾਜੇ ਹੋਏ ਨੇ ਉਹਨਾਂ ਨੇ ਕਿਵੇਂ ਸਹੀ ਢੰਗ ਨਾਲ ਸ਼ਾਸਨ ਨੂੰ ਚਲਾਇਆ, ਲੋਕਾਂ ਨੂੰ ਗਾਈਡੈਂਸ ਦਿੱਤੀ, ਉਸ ਤਰ੍ਹਾਂ ਇਹਨਾਂ ਨੇ ਜਿਹੜੀ ਉਹ ਨਕਲ ਕੀਤੀ ਹੋਈ ਸੀ। ਸਮਾਜ ਵਿਵਸਥਾ, ਇਸਤਰੀਆਂ ਦੀ ਦਸ਼ਾ ਕਹਿੰਦੇ ਪਹਿਲਾਂ ਨਾਲੋਂ ਖਰਾਬ ਸੀਗੀ। ਏਰਣ ਅਭਿਲੇਖ ਦੇ ਵਿੱਚ ਜਿਹੜੇ ਸਤੀ ਪ੍ਰਥਾ ਦਾ ਆਪਾਂ ਨੂੰ ਸਾਖਿਆ ਮਿਲਦਾ ਹੈ ਨਾ ਭਾਨੂ ਗੁਪਤ ਦੇ ਸਮੇਂ, ਉਸ ਤੋਂ ਹੀ ਆਪਾਂ ਨੂੰ ਕੀ ਪਤਾ ਲੱਗਦਾ ਹੈਗਾ ਕਿ ਜਿਹੜੀ ਇਸਤਰੀਆਂ ਦੀ ਦਸ਼ਾ ਸੀਗੀ ਉਹ ਕੁਝ ਹੱਦ ਤੱਕ ਖਰਾਬ ਹੋਣ ਲੱਗ ਗਈ ਸੀ। ਪਰ ਕਿਤੇ ਕਿਤੇ ਇਹ ਵੀ ਲਿਖਿਆ ਮਿਲਦਾ ਕਿ ਜਿਹੜੀ ਵਿਧਵਾ ਵਿਆਹ ਨੂੰ ਮਨਜ਼ੂਰੀ ਦਿੱਤੀ ਗਈ ਸੀਗੀ। ਠੀਕ ਹੈ ਜੀ। ਸ਼ੂਦਰਾਂ ਦੀ ਜਿਹੜੀ ਦਸ਼ਾ ਸੀ ਉਹ ਠੀਕ ਸੀਗੀ, ਪਰ ਛੂਆ ਛਾਤ ਸੀ ਜਿਹੜਾ ਉਹ ਸਟਾਰਟ ਹੋ ਗਿਆ ਸੀਗਾ। ਗੰਗਾ ਅਤੇ ਜਮਨਾ ਦੀਆਂ ਮੂਰਤੀਆਂ ਦੇ ਰੂਪ ਦੀ ਦੇਣ ਜਿਹੜੀ ਗੁਪਤ ਵੰਸ਼ ਨੇ ਹੀ ਦਿੱਤੀ ਹੈ। ਹੁਣ ਜਿਹੜੀ ਇੱਕ ਗੰਗਾ ਨਦੀ ਹੈ ਅਤੇ ਜਮਨਾ, ਜਿਸ ਨੂੰ ਆਪਾਂ ਮਾਤਾ ਦੇ ਤੌਰ 'ਤੇ ਮੰਨਦੇ ਹਾਂ, ਹੈ ਨਾ, ਪੂਜਦੇ ਨੇ ਦੁਨੀਆ। ਹੁਣ ਜਿਹੜੀ ਉਹ ਮੂਰਤੀਆਂ ਬਣੀਆਂ ਨੇ ਉਸ ਟਾਈਮ ਦੇ ਵਿੱਚ, ਹੁਣ ਇਹ ਤਾਂ ਨਹੀਂ ਸੀ ਜਿਹੜਾ ਕੋਈ ਇਨਸਾਨ ਉਹਨਾਂ ਨੂੰ ਦੇਖ ਕੇ ਆਇਆ ਸੀਗਾ, ਇਹ ਤਾਂ ਆਪਾਂ ਨੂੰ ਇਤਿਹਾਸ ਦੇ ਵਿੱਚ ਪੜ੍ਹਨ ਨੂੰ ਮਿਲਦਾ ਕਿ ਉਹ ਕਿਸ ਤਰ੍ਹਾਂ ਦੇ ਦਿਖਦੇ ਸੀ। ਪਰ ਜਦੋਂ ਇਹਨਾਂ ਦੀਆਂ ਮੂਰਤੀਆਂ ਬਣੀਆਂ ਨੇ, ਇਹ ਜਿਹੜੀ ਮੂਰਤੀਆਂ ਬਣਨ ਦੀ ਦੇਣ ਹੈ ਇਹ ਕਦੋਂ ਸਟਾਰਟ ਹੋਈ ਹੈ? ਗੁਪਤ ਸਾਮਰਾਜ ਦੇ ਸਮੇਂ ਸਟਾਰਟ ਹੋਈ ਹੈ। ਠੀਕ ਹੈ ਜੀ। ਕਿੱਡੀ ਵੱਡੀ ਦੇਣ ਦਿੱਤੀ ਇਹਨਾਂ ਨੇ। ਹੁਣ ਤਾਂ ਹੀ ਕਹਿੰਦੇ ਕਿ ਸਵਰਨ ਕਾਲ ਹੈ, ਇਸ ਦੇ ਵਿੱਚ ਬਹੁਤ ਬਹੁਤ ਅਜਿਹੇ ਕੰਮ ਹੋਏ ਨੇ ਜਿਹੜੇ ਇਸ ਤੋਂ ਪਹਿਲਾਂ ਨਾ ਹੀ ਕਿਸੇ ਰਾਜਾ ਨੇ ਕੀਤੇ ਨੇ ਅਤੇ ਨਾ ਹੀ ਕਿਸੇ ਤੋਂ ਹੋਏ ਨੇ। ਠੀਕ ਹੈ ਜੀ। ਹੁਣ ਦੇਖੋ ਧਰਮ ਵਿਵਸਥਾ, ਵਰਤਮਾਨ ਦੇ ਵਿੱਚ ਕਹਿੰਦੇ ਪ੍ਰਚਲਿਤ ਹਿੰਦੂ ਧਰਮ ਦੇ ਸਵਰੂਪ ਦਾ ਨਿਰਮਾਣ ਇਸੇ ਯੁੱਗ ਦੇ ਵਿੱਚ ਹੋਇਆ। ਵਰਤਮਾਨ ਅੱਜ ਦੇ ਭਵਿੱਖ ਦੇ ਸਮੇਂ, ਭਵਿੱਖ ਨਹੀਂ ਵਰਤਮਾਨ ਕਹਿ ਲਓ, ਜਿਹੜਾ ਅੱਜ ਦਾ ਆਪਣਾ ਸਮਾਂ ਚੱਲ ਰਿਹਾ, ਜਿਹੜੇ ਹਿੰਦੂ ਧਰਮ ਦਾ ਸਵਰੂਪ ਜਾਂ ਰੂਪ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ ਉਹ ਇਸੇ ਯੁੱਗ ਦੀ ਦੇਣ ਹੈ। ਠੀਕ ਹੈ ਜੀ। ਕਿਵੇਂ ਪੂਜਾ ਪਾਠ ਹੁੰਦੇ ਸੀ ਜਾਂ ਕਿਵੇਂ ਉਹ ਕਰਦੇ ਸੀ, ਉਹੀ ਨਕਲ ਅੱਜ ਤੱਕ ਚੱਲੀ ਆ ਰਹੀ ਹੈ। ਗੁਪਤ ਸ਼ਾਸਕ ਵੈਸ਼ਨਵ ਸੀਗੇ, ਮੈਂ ਤੁਹਾਨੂੰ ਪਹਿਲਾਂ ਵੀ ਦੱਸਤਾ। ਵਿਸ਼ਨੂੰ ਦੇ ਉਪਾਸਕ ਸੀਗੇ, ਇਹ ਸ਼ਿਵ ਧਰਮ ਨੂੰ ਵੀ ਮੰਨਦੇ ਸੀਗੇ। ਭਗਵਤ ਗੀਤਾ ਦੀ ਰਚਨਾ ਇਸੇ ਸਮੇਂ ਹੋਈ ਹੈ। ਇਸੇ ਸਮੇਂ ਮੰਦਰਾਂ ਦਾ ਨਿਰਮਾਣ ਹੋਇਆ। ਇਸੇ ਸਮੇਂ ਬੁੱਧ ਧਰਮ ਦੀ ਵੀ ਇਸ ਸਮੇਂ ਬੁੱਧ ਧਰਮ ਕਈ ਸੰਪਰਦਾਵਾਂ ਦੇ ਵਿੱਚ ਵੰਡਿਆ ਗਿਆ ਸੀਗਾ, ਕਈ ਹਿੱਸੇ ਹੋ ਗਏ ਸੀ ਬੁੱਧ ਧਰਮ ਦੇ ਇਸ ਸਮੇਂ। ਸਕੰਦ ਗੁਪਤ ਦੇ ਕਹਿੰਦੇ ਜੂਨਾਗੜ੍ਹ ਦੇ ਅਭਿਲੇਖ ਦੇ ਵਿੱਚ ਬੁੱਧ ਗੁਪਤ ਦੇ ਐਰਣ ਅਭਿਲੇਖ ਵਿਸ਼ਨੂੰ ਦੀ ਸਤੁਤੀ ਤੋਂ ਆਰੰਭ ਹੁੰਦਾ ਹੈ। ਹੁਣ ਦੇਖੋ ਸਕੰਦ ਗੁਪਤ ਦਾ ਇੱਕ ਜਿਹੜਾ ਜੂਨਾਗੜ੍ਹ ਦਾ ਅਭਿਲੇਖ ਹੈ ਉਸ ਤੋਂ ਹੀ ਪਤਾ ਲੱਗਦਾ ਕਿ ਜਿਹੜੇ ਬੁੱਧ ਗੁਪਤ ਦੇ ਇੱਕ ਮਿੰਟ ਮੇਰੀ ਗੱਲ ਸੁਣੋ। ਹੁਣ ਇੱਥੇ ਦੋਨਾਂ ਦੇ ਵਿੱਚ ਕਨਫਿਊਜ਼ਨ ਹੋਣ ਦੀ ਲੋੜ ਨਹੀਂ। ਸਕੰਦ ਗੁਪਤ ਦੇ ਜੂਨਾਗੜ੍ਹ ਦੇ ਅਭਿਲੇਖ ਤੋਂ ਦੇਖੋ, ਇੱਕ ਹੋਰ ਰਾਜਾ ਹੋਇਆ ਬੁੱਧ ਗੁਪਤ, ਉਸ ਦੇ ਐਰਣ ਅਭਿਲੇਖ ਤੋਂ ਵਿਸ਼ਨੂੰ ਦੀ ਸਤੁਤੀ ਤੋਂ ਆਰੰਭ ਹੁੰਦੇ ਨੇ। ਇਹ ਜਿਹੜੇ ਦੋਨੇ ਅਭਿਲੇਖ ਨੇ, ਇਹ ਦੋਨੇ ਅਭਿਲੇਖ ਕਿਵੇਂ ਸਟਾਰਟ ਹੁੰਦੇ ਨੇ? ਸਭ ਤੋਂ ਪਹਿਲਾਂ ਵਿਸ਼ਨੂੰ ਦੀ ਸਤੁਤੀ ਹੁੰਦੀ ਹੈ, ਫਿਰ ਜਿਹੜੇ ਅਭਿਲੇਖ ਨੇ ਇਹ ਸਟਾਰਟ ਹੁੰਦੇ ਨੇ, ਇਹਦੇ ਵਿੱਚ ਜਿਹੜੀ ਕੋਈ ਵੀ ਜਾਣਕਾਰੀ ਦਿੱਤੀ ਹੋਈ ਹੈ। ਸਕੰਦ ਗੁਪਤ ਦੇ ਕਹਿੰਦੇ ਬੈਲ ਆਕਾਰ ਵਾਲੇ ਸਿੱਕੇ ਦੇ ਉੱਪਰ ਸ਼ਿਵ ਧਰਮ ਦੀ ਜਿਹੜੀ ਆਸਥਾ ਦੇ ਚਿੰਨ੍ਹ ਮਿਲਦੇ ਨੇ। ਠੀਕ ਹੈ ਜੀ। ਉਸ ਤੋਂ ਬਾਅਦ ਦੇਖੋ ਸਾਹਿਤ ਗੁਪਤਾਂ ਦੇ ਅਧੀਨ, ਹੁਣ ਜਿਹੜੇ ਗੁਪਤ ਸਾਮਰਾਜ ਦੇ ਅਧੀਨ ਸਾਹਿਤ ਦੀ ਵੀ ਰਚਨਾ ਹੋਈ ਹੈ। ਨਾਰਦ ਅਤੇ ਬ੍ਰਹਿਸਪਤੀ ਪੁਰਾਣ ਦੇ ਨਾਲ ਰਾਮਾਇਣ, ਮਹਾਭਾਰਤ ਅਤੇ ਧਰਮ ਸ਼ਾਸਤਰ ਇਸੇ ਕਾਲ ਦੇ ਵਿੱਚ ਰਚੇ ਗਏ। ਠੀਕ ਹੈ ਜੀ। ਰਾਮਾਇਣ, ਮਹਾਭਾਰਤ ਇਸੇ ਕਾਲ ਦੇ ਵਿੱਚ ਰਚੇ ਗਏ ਸੀ। ਹਰੀ ਸੇਨ, ਕਾਲੀਦਾਸ, ਅਮਰ ਸਿੰਘ ਜਿਹੜਾ ਅਮਰਕੋਸ਼ ਦੀ ਰਚਨਾ ਕੀਤੀ ਗਈ ਸੀ ਅਮਰ ਸਿੰਘ ਦੇ ਵੱਲੋਂ, ਅਤੇ ਜਿਹੜੇ ਪ੍ਰਸਿੱਧ ਵਿਦਵਾਨ ਸੀ ਇਸੇ ਸਮੇਂ ਦੇ ਵਿੱਚ ਹੋਏ ਸੀ। ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਾਲੀਦਾਸ ਜਿਵੇਂ, ਹੈ ਨਾ। ਹੁਣ ਜਿਹੜਾ ਹਰੀ ਸੇਨ ਸੀ ਉਹ ਵੀ ਇਹਨਾਂ ਦੇ ਸਮੇਂ ਸੀ। ਆਰੀਆ ਭੱਟ ਨੇ ਆਰੀਆ ਭੱਟਿਅਮ ਅਤੇ ਸੂਰਜ ਸਿਧਾਂਤ ਗ੍ਰੰਥਾਂ ਦੀ ਰਚਨਾ ਕੀਤੀ ਸੀ। ਆਰੀਆ ਭੱਟ ਇੱਕ ਬਹੁਤ ਵੱਡਾ ਵਿਦਵਾਨ ਹੋਇਆ ਜਿਹੜਾ ਕਦੋਂ ਹੋਇਆ? ਗੁਪਤਾਂ ਦੇ ਸਮੇਂ ਹੋਇਆ। ਆਰੀਆ ਭੱਟ ਨੇ ਕਹਿੰਦੇ ਸੂਰਜ ਗ੍ਰਹਿ ਅਤੇ ਚੰਦਰ ਗ੍ਰਹਿਣ ਦੇ ਕਾਰਨ ਦੱਸੇ ਸੀਗੇ। ਹੁਣ ਦੇਖੋ ਆਧੁਨਿਕ ਲੋਕ ਕੀ ਮੰਨਦੇ ਨੇ ਕਿ ਜਿਹੜੀ ਅੱਜ ਦੀ ਵਿਗਿਆਨ ਹੈ ਉਸਨੇ ਜ਼ਿਆਦਾ ਤਰੱਕੀ ਕੀਤੀ ਹੈ, ਪਰ ਜਦੋਂ ਆਪਾਂ ਇਹ ਮੰਨਦੇ ਨਾ ਜਦੋਂ ਤੀਸਰੀ ਸ਼ਤਾਬਦੀ ਦੇ ਐਂਡ ਦੇ ਵਿੱਚ, ਉਦੋਂ ਵੀ ਦੁਨੀਆ ਨੂੰ ਇਹ ਪਤਾ ਸੀ ਕਿ ਜਿਹੜਾ ਸੂਰਜ ਗ੍ਰਹਿਣ ਹੈ ਅਤੇ ਚੰਦਰ ਗ੍ਰਹਿਣ ਕਦੋਂ ਬਣਦੇ ਨੇ ਜਾਂ ਕਦੋਂ ਲੱਗਦੇ ਨੇ। ਹੁਣ ਆਪਾਂ ਨੂੰ ਇਹ ਜਿਹੜਾ ਫਰਕ ਹੈ ਪਤਾ ਲੱਗਣਾ ਚਾਹੀਦਾ ਹੈ ਕਿ ਉਸ ਸਮੇਂ ਦੀ ਜਿਹੜੀ ਵਿਗਿਆਨ ਸੀ ਜ਼ਿਆਦਾ ਹਾਈ ਪਾਵਰ ਸੀ ਜਾਂ ਅੱਜ ਦੀ ਹੈ। ਠੀਕ ਹੈ ਜੀ। ਇਹਨਾਂ ਨੇ ਇਹੀ ਦੱਸਿਆ ਕਿ ਜਿਹੜੇ ਪ੍ਰਿਥਵੀ ਹੈ ਸੂਰਜ ਦੇ ਆਲੇ ਦੁਆਲੇ ਚੱਕਰ ਕੱਟਦੀ ਹੈ, ਇਹ ਖਗੋਲ ਵਿਗਿਆਨੀ ਸੀ। ਕੌਣ? ਆਰੀਆ ਭੱਟ। ਹੁਣ ਦੇਖੋ ਕਿੱਥੋਂ ਤੱਕ ਇਹਨਾਂ ਨੇ ਜਿਹੜੀ ਪਹੁੰਚ ਕੀਤੀ ਹੋਈ ਸੀ। ਜਿਹੜਾ ਆਰੀਆ ਭੱਟ ਸੀ ਉਸਨੇ ਇਹ ਤੱਕ ਦੱਸਤਾ ਸੀ ਕਿ ਜਿਹੜੇ ਸੂਰਜ ਹੈ, ਜਿਹੜੀ ਪ੍ਰਿਥਵੀ ਹੈ ਉਹ ਸੂਰਜ ਦੇ ਆਲੇ ਦੁਆਲੇ ਚੱਕਰ ਲਗਾਉਂਦੀ ਹੈ। ਹਿਸਾਬ ਜਾਂ ਗਣਿਤ ਦੇ ਵਿੱਚ ਜਿਹੜੀ ਦਸ਼ਮਲਵ ਦੀ ਵਰਤੋਂ ਹੋਈ ਹੈ ਇਸੇ ਸਮੇਂ ਹੋਈ ਸੀਗੀ।
ਹੁਣ ਦੇਖੋ ਜਿਹੜੀ ਮੈਥ ਦੇ ਵਿੱਚ ਆਪਾਂ ਦਸ਼ਮਲਵ ਦੀ ਵਰਤੋਂ ਕਰਦੇ ਆ ਉਹ ਇਸੇ ਸਮੇਂ ਹੋਈ ਸੀ। ਹੁਣ ਦੇਖੋ ਜਿਹੜਾ ਇਹ ਦਸ਼ਮਲਵ ਹੈਗਾ, ਹੁਣ ਇਹ ਕਿੱਥੇ ਕੰਮ ਕਰਦਾ ਹੈ। ਕਈ ਬੱਚਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੇ ਦਸ਼ਮਲਵ ਹੈ, ਇਹ ਕੁਐਸਚਨ ਆਉਂਦਾ ਪੇਪਰਾਂ ਦੇ ਵਿੱਚ ਕਿ ਜਿਹੜਾ ਇੰਡੀਆ ਦੇ ਵਿੱਚ ਜਿਹੜੇ ਆਪਾਂ ਦਸ਼ਮਲਵ ਦੀ ਵਰਤੋਂ ਕਰਦੇ ਆ, ਇਹ ਕਿਹੜੀ ਪ੍ਰਣਾਲੀ ਦੇ ਉੱਪਰ ਕੰਮ ਕਰਦਾ। ਜਿਹੜਾ ਇਹ ਦਸ਼ਮਲਵ ਸੀਗਾ ਹਿੰਦੀ ਅਰਬੀਅਨ ਸੰਖਿਅਕ ਪ੍ਰਣਾਲੀ ਦੇ ਉੱਪਰ ਕੰਮ ਕਰਦਾ। ਇਸ ਚੀਜ਼ ਨੂੰ ਯਾਦ ਰੱਖਿਓ, ਠੀਕ ਹੈ ਜੀ। ਲੋਹੇ ਦਾ ਜਿਹੜਾ ਵਿਸ਼ਾਲ ਸਤੰਭ ਸੀ ਜੋ ਕੁਤਬ ਮੀਨਾਰ ਦੇ ਵਿੱਚ ਮਹਿਰੌਲੀ ਦੇ ਕੋਲ ਲੱਗਿਆ ਹੋਇਆ, ਇਸੇ ਸਮੇਂ ਦੇ ਵਿੱਚ ਬਣਿਆ ਸੀਗਾ। ਹੁਣ ਇਹ ਸਤੰਭ ਦੀ ਉਚਾਈ ਕਿੰਨੀ ਸੀਗੀ? 23 ਫੁੱਟ ਉੱਚਾ ਸੀਗਾ ਤੇ 7.5 ਟਨ ਵਜ਼ਨ ਦਾ ਹੈ। 7.5 ਫੁੱਟ ਜਿਹੜਾ ਟਨ ਵਜ਼ਨ ਦਾ ਸੀਗਾ ਅਤੇ 23 ਫੁੱਟ ਉੱਚਾ ਗਾ ਜਿਹੜਾ ਇਹ ਸਤੰਭ ਹੈ ਲੋਹੇ ਦਾ, ਜਿਸ ਉੱਪਰ ਅਜੇ ਤੱਕ ਵੀ ਜੰਗ ਦਾ ਕੋਈ ਨਿਸ਼ਾਨ ਨਹੀਂ ਹੈਗਾ। ਸੰਸਕ੍ਰਿਤ ਗੁਪਤਾਂ ਦੀ ਜਿਹੜੀ ਸ਼ਾਸਨੀय ਭਾਸ਼ਾ ਸੀਗੀ, ਗੁਪਤਾਂ ਦੇ ਸਮੇਂ ਜਿਹੜੀ ਇਹਨਾਂ ਦੀ ਰਾਸ਼ਟਰੀ ਭਾਸ਼ਾ ਸੀ ਉਹ ਕਿਹੜੀ ਸੀ? ਸੰਸਕ੍ਰਿਤ ਸੀਗੀ। 12 ਮਰੇ ਨੇ ਖਗੋਲ ਗ੍ਰੰਥਾਂ ਦੀ ਰਚਨਾ ਕੀਤੀ। ਜਿਵੇਂ ਆਰੀਆ ਭੱਟ ਖਗੋਲ ਵਿਗਿਆਨੀ ਸੀਗਾ, ਉਸੇ ਤਰ੍ਹਾਂ ਇਹ ਵੀ ਇੱਕ ਖਗੋਲ ਵਿਗਿਆਨੀ ਸੀ। ਹੁਣ ਆਪਣਾ ਜਿਹੜਾ ਇਹ ਰਹਿ ਗਿਆ ਕਲਾ ਨਿਰਮਾਣ। ਗੁਪਤਾਂ ਦੇ ਅਧੀਨ ਜਿਹੜੀ ਕਲਾ ਸੀਗੀ ਉਸ ਦਾ ਵੀ ਨਿਰਮਾਣ ਹੋਇਆ ਸੀਗਾ। ਇਸ ਸਮੇਂ ਕਹਿੰਦੇ ਮੂਰਤੀ ਕਲਾ, ਚਿੱਤਰ ਕਲਾ, ਵਸਤੂ ਕਲਾ, ਸੰਗੀਤ ਅਤੇ ਨਾਟਯ ਦੇ ਖੇਤਰਾਂ ਦੇ ਵਿੱਚ ਬਹੁਤ ਉੱਨਤੀ ਹੋਈ ਸੀ। ਮੰਦਰ ਬਣਾਉਣ ਦੀ ਜਿਹੜੀ ਕਲਾ ਦਾ ਨਿਰਮਾਣ ਸੀ ਗੁਪਤ ਕਾਲ ਤੋਂ ਹੀ ਹੋਇਆ। ਮੰਦਰ ਬਣਾਉਣ ਦੀ ਜਿਹੜੀ ਕਲਾ ਸੀਗੀ ਉਸ ਦਾ ਨਿਰਮਾਣ ਗੁਪਤ ਸਮੇਂ ਤੋਂ ਹੀ ਹੋਇਆ ਸੀ। ਗੁਪਤ ਕਾਲ ਦੇ ਵਿੱਚ ਹੀ ਮੰਦਰ ਸਭ ਤੋਂ ਪਹਿਲਾਂ ਬਣੇ ਸੀਗੇ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਹੜੀ ਮੰਦਰ ਬਣਾਉਣ ਦੀ 3 ਸ਼ੈਲੀਆਂ ਨੇਗੀਆਂ, ਉਹ ਜਿਹੜੀ ਕੱਲ੍ਹ ਵਾਲੀ ਵੀਡੀਓ ਹੋਊਗੀ ਮੈਂ ਤੁਹਾਨੂੰ ਉਸ ਦੇ ਵਿੱਚ ਲਿਖਾ ਦੂੰਗੀ। ਤ੍ਰਿਮੂਰਤੀ ਬ੍ਰਹਮਾ ਵਿਸ਼ਨੂੰ ਮਹੇਸ਼, ਇਹਨਾਂ ਦੀ ਜਿਹੜੀ ਆਰਾਧਨਾ ਦੀ ਸ਼ੁਰੂਆਤ ਸੀਗੀ ਉਹ ਗੁਪਤ ਕਾਲ ਤੋਂ ਹੀ ਹੋਈ ਸੀ। ਹੁਣ ਜਿਵੇਂ ਅੱਜ ਕੱਲ੍ਹ ਨਹੀਂ ਕਹਿੰਦੇ ਤ੍ਰਿਮੂਰਤੀ, ਇਹ ਤ੍ਰਿਮੂਰਤੀ ਦੀ ਜਿਹੜੀ ਆਰਾਧਨਾ ਸੀ ਜਾਂ ਪੂਜਾ ਸੀ ਇਹ ਗੁਪਤ ਕਾਲ ਤੋਂ ਹੀ ਸਟਾਰਟਿੰਗ ਹੋਈ ਹੈ। ਮੂਰਤੀ ਬਣਾਉਣ ਦੀ ਜਿਹੜੀ ਕਲਾ ਦਾ ਨਿਰਮਾਣ ਸੀ ਉਹ ਵੀ ਗੁਪਤ ਕਾਲ ਤੋਂ ਹੋਇਆ। ਪੁਰਾਣਾਂ ਦੀ ਵਰਤਮਾਨ ਰੂਪ ਦੇ ਵਿੱਚ ਰਚਨਾ ਇਸੇ ਕਾਲ ਦੇ ਵਿੱਚ ਹੋਈ। ਇਹਨਾਂ ਦੇ ਵਿੱਚ ਇਤਿਹਾਸਿਕ ਪਰੰਪਰਾਵਾਂ ਦਾ ਉਲੇਖ ਮਿਲਦਾ ਹੈ। ਪੁਰਾਣਾਂ ਦੀ ਰਚਨਾ ਵੀ ਇਸੇ ਸਮੇਂ ਹੋਈ ਹੈ। ਅਜੰਤਾ ਦੀ ਜਿਹੜੀ 16ਵੀਂ 17ਵੀਂ ਅਤੇ 19ਵੀਂ ਗੁਫਾ ਦੇ ਚਿੱਤਰ ਇਸੇ ਸਮੇਂ ਦੇ ਹਨ। ਜਿਹੜੇ ਚਿੱਤਰ ਕਲਾ ਦੇ ਸਭ ਤੋਂ ਸਰਵੋਤਮ ਉਦਾਹਰਨ ਹਨ ਇਹ ਮਹਾਰਾਸ਼ਟਰ ਔਰੰਗਾਬਾਦ ਦੇ ਵਿੱਚ ਨੇ, ਠੀਕ ਹੈ ਜੀ। ਸੋ ਇਸੇ ਨਾਲ ਜਿਹੜੀ ਅੱਜ ਦੀ ਆਪਣੀ ਕਲਾਸ ਇੱਥੇ ਖਤਮ ਹੁੰਦੀ ਹੈ। ਅੱਜ ਆਪਾਂ ਗੁਪਤਾਂ ਦੇ ਬਾਰੇ ਜਿਹੜੇ ਬਹੁਤ ਕੁਝ ਹੀ ਪੜ੍ਹਿਆ, ਜਿਸ ਦੇ ਵਿੱਚ ਤਕਰੀਬਨ ਮੇਰਾ ਖਿਆਲ ਇਹੀ ਹੈ ਕਿ ਜਿਹੜੇ ਤੁਹਾਨੂੰ ਇਸ ਤੋਂ ਬਾਅਦ ਇਸ ਤੋਂ ਜ਼ਿਆਦਾ ਜਿਹੜਾ ਬੈਸਟ ਲੈਕਚਰ ਹੈ ਉਹ ਕਿਤੇ ਮਿਲਦਾ ਨਹੀਂ। ਮਿਲਦੇ ਤਾਂ ਬਹੁਤ ਹੋਣਗੇ ਪਰ ਜਿੰਨਾ ਕੁ ਸਾਡੀ ਕੋਸ਼ਿਸ਼ ਹੈ ਇਹੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਨੋਟਸਾਂ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਪ੍ਰੋਵਾਈਡ ਕੀਤੀ ਜਾਵੇ। ਸੋ ਥੈਂਕ ਯੂ। ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਕੱਲ੍ਹ ਨੂੰ ਜਿਹੜੀ ਆਪਣੀ ਕਲਾਸ ਹੋਵੇਗੀ ਉਹ ਹੋਵੇਗੀ ਹਰਸ਼ਵਰਧਨ ਦੇ ਕਾਲ ਨਾਲ, ਠੀਕ ਹੈ ਜੀ। ਸੋ ਇਸੇ ਨਾਲ ਮਿਲਦੇ ਹਾਂ ਕੱਲ੍ਹ ਨੂੰ। ਥੈਂਕ ਯੂ, ਟੇਕ ਕੇਅਰ, ਬਾਏ ਬਾਏ। ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਨਾ। ਸੋ ਥੈਂਕ ਯੂ।